ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨ ਤੇ। ਜਲਦ ਸਾਹਮਣੇ ਆਉਣਗੇ ਅੰਮ੍ਰਿਤਪਾਲ ਸਿੰਘ। ਅੱਜ ਪੂਰਾ ਦਿਨ ਅੰਮ੍ਰਿਤਪਾਲ ਸਿੰਘ ਦੀ ਕੀ ਰਹੀ ਅਪਡੇਟ। ਕੈਨੇਡਾ ਵਿੱਚ ਪੰਜਾਬੀ ਨੇ ਜਿੱਤੀ $1 ਲੱਖ ਦੀ ਲੋਟਰੀ। ਪੰਜਾਬੀ ਦੀ ਖੁੱਲੀ ਕਿਸਮਤ, ਸਾਂਝੀ ਕੀਤੀ ਖੁਸ਼ੀ। ਆਬਾਦੀ ਵਿੱਚ ਹੋਇਆ ਰਿਕਾਰਡ ਵਾਧਾ, ਛੱਡਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ। ਪਾਰਟੀ ਮੂੰਹ ਦੇ ਅਜੇ ਵੰਗਾ ਹੋਣਗੇ ਵਿਸ਼ਵ ਬੈਂਕ ਦੇ ਪ੍ਰਧਾਨ। ਕਿਸੇ ਹੋਰ ਉਮੀਦਵਾਰ ਨੇ ਨਹੀਂ ਦਿੱਤਾ ਨਾਮ। ਅੰਮ੍ਰਿਤਪਾਲ ਸਿੰਘ ਜਲਦ ਹੀ ਸਭ ਦੇ ਸਾਹਮਣੇ ਆਉਣਗੇ। ਇਹ ਖੁਲਾਸਾ ਉਹਨਾਂ ਵੱਲੋਂ ਖੁਦ ਵੀਡੀਓ ਦੇ ਰਾਹੀਂ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ। ਸਵੇਰੇ ਇੱਕ ਆਡੀਓ ਕਲਿੱਪ ਵਾਇਰਲ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਅੱਜ ਪੂਰਾ ਦਿਨ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਕੀ ਅਪਡੇਟਸ ਸਾਹਮਣੇ ਆਈਆਂ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀਆਂ ਪੰਜਾਬ ਤੋਂ ਅੱਜ ਕੁਝ ਨਵੀਆਂ ਅਪਡੇਟਸ ਸਾਹਮਣੇ ਆਈਆਂ, ਜਿੱਥੇ ਇੱਕ ਵਾਰ ਫਿਰ ਤੋਂ ਵੀਡੀਓ ਦੇ ਰਾਹੀਂ ਅੰਮ੍ਰਿਤਪਾਲ ਸਿੰਘ ਸਭ ਦੇ ਸਾਹਮਣੇ ਆਏ ਤੇ ਉਹਨਾਂ ਵੱਲੋਂ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਸਵੇਰੇ ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ ਕਲਿੱਪ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋਈ, ਜਿੱਥੇ ਅੰਮ੍ਰਿਤਪਾਲ ਸਿੰਘ ਕਾਫੀ ਗੱਲਾਂ ਦਾ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ। ਇਸ ਵੀਡੀਓ ਰਾਹੀਂ ਉਹਨਾਂ ਨੇ ਅਪੀਲ ਕੀਤੀ ਕਿ ਪਿਛਲੇ ਦਿਨੀ ਵੀ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿਸ ਬਾਰੇ ਕਈਆਂ ਨੂੰ ਲੱਗਦਾ ਸੀ ਕਿ ਮੈਂ ਪੁਲਿਸ ਹਿਰਾਸਤ ਵਿੱਚ ਹਾਂ। ਤੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਭਗੌੜਾ ਹੋ ਗਿਆ ਜਾਂ ਆਪਣੇ ਸਾਥੀਆਂ ਨੂੰ ਛੱਡ ਗਿਆ ਹਾਂ, ਇਸ ਗੱਲ ਦਾ ਭੁਲੇਖਾ ਕੋਈ ਵੀ ਆਪਣੇ ਮਨ ਵਿੱਚ ਨਾ ਰੱਖੇ, ਕਿਉਂਕਿ ਮੈਂ ਮਰਨ ਤੋਂ ਨਹੀਂ ਡਰਦਾ ਤੇ ਜੇਕਰ ਮੈਨੂੰ ਪਰਮਾਤਮਾ ਨੇ ਅੱਜ ਇਸ ਘੇਰੇ ਤੋਂ ਬਾਹਰ ਰੱਖਿਆ ਤਾਂ ਉਸ ਦਾ ਅਰਥ ਹੈ ਕਿ ਆਪਣੀ ਕੌਮ ਦੇ ਨੌਜਵਾਨਾਂ ਵਾਸਤੇ ਮੈਂ ਕੁਝ ਕਰ ਸਕਾਂ। ਤੇ ਨਾਲ ਹੀ ਉਹਨਾਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਉਹ ਜਲਦ ਹੀ ਸਭਨਾਂ ਦੇ ਅੱਗੇ ਆਉਣਗੇ। ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ, ਜਿੱਥੇ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 348 ਨੌਜਵਾਨਾਂ ਨੂੰ ਰਿਹਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰਾ ਟਵੀਟ ਡਿਲੀਟ ਹੋਣ ਨਾਲ ਮੈਨੂੰ ਕੋਈ ਵੀ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਮੇਰੀ ਆਵਾਜ਼ ਕੌਮ ਦੇ ਹਜ਼ਾਰਾਂ ਸਿੱਖ ਨੌਜਵਾਨ ਹਨ। ਇਹ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵੀਡੀਓ ਰਾਹੀਂ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਕਿਸੇ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤਾਂ ਉਦੋਂ ਉਹ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ। ਸਮੂਹ ਸਿੱਖ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿੱਥੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ 'ਚ ਬਣੀ ਹੈ, ਕਿਉਂਕਿ ਉਸ ਵੀਡੀਓ 'ਚ ਮੈਂ ਜੀ ਉਰੇ ਬਾਰੇ ਦੇਖ ਰਿਹਾ ਕਿਤੇ। ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਵੀ ਦੇਖੋ, ਪਹਿਲੇ ਦੀ ਮੇਰੀ ਆਦਤ ਨਹੀਂ ਵੀ ਮੈਂ ਬੈਠ ਕੇ ਸਾਹਮਣੇ ਸਾਹਮਣੇ ਵੀਡੀਓ ਬਣਾਵਾਂ। ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ, ਉਹਦੇ 'ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ। ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ, ਇੱਕ ਤੇ ਆਪਾਂ ਹਰ ਚੀਜ਼ ਨੂੰ ਕਨਸਪੀਰੇਸੀ ਨਹੀਂ ਸਮਝਣਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ। ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ। ਕਲਗੀਧਰ ਪਾਤਸ਼ਾਹ ਦੀ ਜਿਹੜੀ ਕਰਾਮਾਤ ਨੂੰ ਵੱਡਿਆ ਸਮਝੀਏ। ਏਡੇ ਕਿਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਕੱਢਿਆ ਤੇ ਉਹ ਕਿਸੇ ਮਕਸਦ ਵਾਸਤੇ ਕੱਢਿਆ। ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਂ ਕੋਈ ਭਗੌੜਾ ਹੋ ਗਿਆ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ, ਇਹ ਗੱਲ ਦਾ ਭੁਲੇਖਾ ਕੋਈ ਆਪਣੇ ਮਨ 'ਚ ਨਾ ਰੱਖੇ। ਦੇਖੋ, ਨਾ ਤੇ ਮੈਂ ਮਰਨ ਤੋਂ ਡਰਾਂ, ਮਰਨ ਲਿਖਾਏ ਮੰਡਲ ਮੇ ਆਏ, ਇਸ ਬਾਣੀ ਦੇ ਜਿਹੜੇ ਬਚਨ ਨੇ ਇੱਥੇ ਪੂਰਾ ਪਹਿਰਾ ਦੇ ਰਹੇ ਆ। ਜਿੱਦਣ ਸੰਸਾਰ ਤੇ ਆ ਗਏ ਉਦਣ ਮੌਤ ਦਾ ਜਿਹੜਾ ਰਾਹ ਉਹ ਸ਼ੁਰੂ ਹੋ ਜਾਂਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ, ਮੈਂ ਜੇ ਅੱਜ ਬਾਹਰ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ, ਤੇ ਉਹਦਾ ਅਰਥ ਇਹ ਹੈ ਵੀ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਤੇ ਕੌਮ ਦੇ ਹਿੱਤਾਂ ਲਈ ਕੁਝ ਕਰ ਸਕਾਂ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਪੰਜਾਬੀ ਨੇ $1 ਲੱਖ ਦੀ ਲੋਟਰੀ ਜਿੱਤੀ ਹੈ। ਇਸ ਪੰਜਾਬੀ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਸ ਦਾ ਕਹਿਣਾ ਹੈ ਕਿ ਪਤਨੀ ਨੇ ਹੀ ਕਿਹਾ ਸੀ ਕਿ ਲੋਟਰੀ ਦੀ ਟਿਕਟ ਉਹ ਖਰੀਦ ਲਵੇ। ਕੈਨੇਡਾ ਵਿੱਚ ਪੰਜਾਬੀ ਦੀ ਕਿਸਮਤ ਖੁੱਲੀ, ਜਿਸ ਨੇ ਲੱਖਾਂ ਦੀ ਲੋਟਰੀ ਜਿੱਤੀ ਹੈ। ਇਹ ਵਿਅਕਤੀ 48 ਸਾਲ ਦੇ ਕਰੀਬ ਦੱਸਿਆ ਜਾ ਰਿਹਾ ਹੈ, ਜਿਸ ਨੇ ਕੈਨੇਡਾ ਵਿੱਚ ਕਾਫੀ ਵੱਡੀ ਲੋਟਰੀ ਜਿੱਤੀ ਹੈ। ਜੀ ਹਾਂ, ਇਹ ਮਾਮਲਾ ਕੈਨੇਡਾ ਦੇ ਸੂਬੇ ਓਨਟਾਰੀਓ ਤੋਂ ਸਾਹਮਣੇ ਆਇਆ, ਜਿੱਥੇ ਪੰਜਾਬੀ ਨੇ $1 ਲੱਖ ਦੀ ਲੋਟਰੀ ਜਿੱਤੀ। ਇਸ ਲੋਟਰੀ ਜਿੱਤਣ ਵਾਲੇ ਪੰਜਾਬੀ ਮੂੰਹ ਦੇ ਵਿਅਕਤੀ ਦਾ ਨਾਮ ਪਰਮਿੰਦਰ ਸਿੱਧੂ ਹੈ, ਜੋ ਕਿ ਕਦੇ-ਕਦਾਈ ਹੀ ਲੋਟਰੀ ਖਰੀਦਦਾ ਸੀ। ਇਸ ਵਾਰ ਉਸ ਦੀ ਕਿਸਮਤ ਨੇ ਸਾਥ ਦਿੱਤਾ ਤੇ ਉਸ ਵੱਲੋਂ ਲੋਟਰੀ ਜਿੱਤ ਲਈ ਗਈ। ਦੱਸ ਦਈਏ ਕਿ ਇਸ ਬਾਰੇ ਗੱਲ ਕਰਦਿਆਂ ਤੇ ਆਪਣੀ ਖੁਸ਼ੀ ਨੂੰ ਸਾਂਝਾ ਕਰਦਿਆਂ ਸਿੱਧੂ ਨੇ ਦੱਸਿਆ ਕਿ ਮੇਰੀ ਪਤਨੀ ਨੇ ਮੈਨੂੰ ਲੋਟਰੀ ਟਿਕਟ ਖਰੀਦਣ ਵਾਸਤੇ ਕਿਹਾ, ਕਿਉਂਕਿ ਉਸ ਦਿਨ ਮੇਰੇ ਵਾਸਤੇ ਇਹ ਖੁਸ਼ਕਿਸਮਤ ਲੱਗ ਰਿਹਾ ਸੀ। ਬਰੈਂਪਟਨ ਸਥਿਤ ਕਾਰੋਬਾਰੀ ਨੇ ਵੌਨ ਦੇ ਸ਼ੈਲ ਸਥਾਨ ਤੇ ਲੋਟੋ ਟਿਕਟ ਖਰੀਦੀ। ਕੈਸ਼ੀਅਰ ਨੇ ਗਲਤੀ ਨਾਲ $1 ਲਈ ਆਪਣੀ ਖਰੀਦ ਵਿੱਚ ਐਨਕੋਰ ਸ਼ਾਮਿਲ ਕਰ ਦਿੱਤਾ। ਸਿੱਧੂ ਨੇ ਦੱਸਿਆ ਕਿ ਉਹ ਗਲਤੀ ਨੂੰ ਠੀਕ ਕਰਕੇ ਮੈਨੂੰ ਨਵੀਂ ਟਿਕਟ ਦਿਵਾਉਣ ਜਾ ਰਿਹਾ ਸੀ, ਪਰ ਮੈਂ ਇਸ ਨੂੰ ਰੱਖਣ ਦਾ ਫੈਸਲਾ ਕੀਤਾ। 10 ਦਿਨ ਬਾਅਦ 15 ਫਰਵਰੀ ਵਾਲੇ ਦਿਨ ਸਿੱਧੂ ਨੇ ਆਪਣੀ ਟਿਕਟ ਨੂੰ ਚੈੱਕ ਕੀਤਾ। ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸਨੇ ਐਨਕੋਰ ਦੁਆਰਾ $1 ਲੱਖ
ਜਿੱਤੇ ਹਨ। ਸਿੱਧੂ ਨੇ ਸਾਂਝਾ ਕੀਤਾ ਕਿ ਮੈਂ ਸਾਰੇ ਜ਼ੀਰੋ ਗਿਣ ਰਿਹਾ ਸੀ। ਮੈਂ ਸੱਚਮੁੱਚ ਸ਼ਾਂਤ ਸੀ ਤੇ ਬਹੁਤ ਖੁਸ਼ ਸੀ। ਆਬਾਦੀ ਦੇ ਵਿੱਚ ਵਾਧਾ ਹੋਇਆ ਪਰ ਸੂਬਾ ਛੱਡਣ ਵਾਲਿਆਂ ਦੀ ਗਿਣਤੀ ਵੀ ਵੱਧ ਦੱਸੀ ਜਾ ਰਹੀ ਹੈ। ਦਰਅਸਲ ਪ੍ਰਿੰਸ ਐਡਵਰਡ ਆਈਲੈਂਡ ਦੀ ਆਬਾਦੀ ਦੇ ਵਿੱਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਸੂਬਾ ਛੱਡਣ ਵਾਲੇ ਲੋਕਾਂ ਦੀ ਵੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਹੋਈ ਹੈ। ਆਬਾਦੀ ਦੇ ਬਾਰੇ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿੱਥੇ ਆਬਾਦੀ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ, ਪਰ ਸੂਬਾ ਛੱਡਣ ਵਾਲੇ ਲੋਕਾਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਵੱਧ ਦੱਸੀ ਜਾ ਰਹੀ ਹੈ। ਇਸ ਬਾਰੇ ਜੋ ਅੰਕੜੇ ਪੇਸ਼ ਕੀਤੇ ਗਏ, ਉੱਥੇ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਆਬਾਦੀ ਪਹਿਲਾਂ ਦੇ ਮੁਕਾਬਲੇ ਰਿਕਾਰਡ ਪੱਧਰ ਤੇ ਵਧੀ ਹੈ। ਸਾਲ 2022 ਵਿੱਚ ਸੂਬੇ ਦੀ ਆਬਾਦੀ ਅੰਦਰ 4.3% ਵਾਧਾ ਹੋਇਆ, ਜਿਸ ਦਾ ਮਤਲਬ ਹੈ ਕਿ ਕੁੱਲ ਆਬਾਦੀ ਵਿੱਚ 7000 ਨਵੇਂ ਰੈਜ਼ੀਡੈਂਟਸ ਸ਼ਾਮਿਲ ਹੋਏ ਨੇ। 1 ਜਨਵਰੀ ਤੱਕ ਦੇ ਅੰਕੜਿਆਂ ਮੁਤਾਬਕ PEI ਦੇ ਕੁੱਲ ਆਬਾਦੀ 1,73,954 ਦਰਜ ਕੀਤੀ ਗਈ। ਪਰ ਇਸ ਦੇ ਨਾਲ ਹੀ ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸੂਬੇ ਨੂੰ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਰਿਕਾਰਡ ਵਾਧਾ ਦੇਖਣ ਨੂੰ ਮਿਲਿਆ। ਸਾਲ 2022 ਵਿੱਚ ਤਕਰੀਬਨ 4200 ਲੋਕ ਪ੍ਰੋਵਿੰਸ ਨੂੰ ਛੱਡ ਕੇ ਚਲੇ ਗਏ, ਜੋ ਕਿ 1981 ਤੋਂ ਵੱਧ ਦਾ ਸਭ ਤੋਂ ਵੱਡਾ ਵਾਧਾ ਹੈ। ਸੂਬੇ ਨੂੰ ਛੱਡਣ ਵਾਲੇ ਲੋਕਾਂ ਦੀ ਗਿਣਤੀ ਦੀ 5 ਸਾਲਾਂ ਦੀ ਔਸਤ ਵਿੱਚ 2022 ਦੌਰਾਨ 27% ਵਾਧਾ ਹੋਇਆ। ਇਸ ਬਾਰੇ ਬਹੁਤ ਸਾਰੇ ਲੋਕ ਵੀ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਉਹਨਾਂ ਕਿਹਾ ਕਿ ਇਸ ਸਮੇਂ ਆਬਾਦੀ ਨੂੰ ਵਧਾਉਣ ਤੇ ਫੋਕਸ ਕੀਤਾ ਜਾ ਰਿਹਾ ਹੈ, ਪਰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਲੋਕਾਂ ਨੂੰ ਬਰਕਰਾਰ ਕਿਵੇਂ ਰੱਖਿਆ ਜਾਵੇ। ਦੱਸੀਏ ਕਿ ਇਹ ਸੂਬਾ ਛੱਡ ਕੇ ਜਾਣ ਵਾਲੇ ਲੋਕਾਂ ਵਿੱਚੋਂ ਸਭ ਤੋਂ ਵੱਧ ਨੇ ਐਲਬਰਟਾ, ਨੋਵਾ ਸਕੋਸ਼ੀਆ, ਨਿਊ ਬਰਨਸਵਿਕ ਨੂੰ ਚੁਣਿਆ। ਨਵੇਂ ਇਮੀਗ੍ਰੈਂਟਸ ਆਮ ਤੌਰ ਤੇ ਉੱਪਰ ਪ੍ਰਿੰਸ ਐਡਵਰਡ ਆਈਲੈਂਡ ਨੂੰ ਛੱਡ ਕੇ ਇਹਨਾਂ ਸੂਬਿਆਂ ਵਿੱਚ ਨਹੀਂ ਜਾਂਦੇ। ਇਹਨਾਂ ਸੂਬਿਆਂ ਵਿੱਚ ਜਾਣ ਵਾਲੇ ਲੋਕਾਂ ਵਿੱਚੋਂ ਸਿਰਫ 10% ਨਵੇਂ ਇਮੀਗ੍ਰੈਂਟਸ ਹਨ। ਸਾਲ 2015 ਤੋਂ ਸਾਲ 2020 ਦਰਮਿਆਨ ਪ੍ਰਿੰਸ ਐਡਵਰਡ ਆਈਲੈਂਡ ਛੱਡਣ ਵਾਲੇ ਨਵੇਂ ਇਮੀਗ੍ਰੈਂਟਸ ਵਿੱਚੋਂ ਜ਼ਿਆਦਾਤਰ ਲੋਕ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸੈਟਲ ਹੋਏ। ਸਾਲ 2022 ਵਿੱਚ ਬ੍ਰਿਟਿਸ਼ ਕੋਲੰਬੀਆ ਲਈ ਰਵਾਨਾ ਹੋਣ ਵਾਲੇ ਪ੍ਰਿੰਸ ਐਡਵਰਡ ਆਈਲੈਂਡ ਵਾਸੀਆਂ ਦੀ ਗਿਣਤੀ ਅਸਲ ਦੇ ਵਿੱਚ ਔਸਤ ਤੋਂ ਘੱਟ ਸੀ ਤੇ ਓਨਟਾਰੀਓ ਲਈ ਰਵਾਨਾ ਹੋਣ ਵਾਲਿਆਂ ਦੀ ਗਿਣਤੀ ਸਿਰਫ 10% ਵੱਧ ਦੱਸੀ ਗਈ। ਦੂਜੇ ਪਾਸੇ ਹੋਰ ਸੂਬਿਆਂ ਲਈ ਰਵਾਨਾ ਹੋਣ ਵਾਲਿਆਂ ਦੀ ਗਿਣਤੀ 40% ਤੋਂ ਵੱਧ ਸੀ ਤੇ ਐਲਬਰਟਾ ਵਿੱਚ ਰਵਾਨਾ ਹੋਣ ਵਾਲਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਹੁਣ ਵੱਧ ਦੱਸੀ ਜਾ ਰਹੀ ਹੈ। ਸਾਲਾਨਾ 43,000 ਘਰ ਬਣਾਉਣ ਦੀ ਜ਼ਰੂਰਤ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਹ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਇਮੀਗ੍ਰੈਂਟਸ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਘਰਾਂ ਦੀ ਮੰਗ ਵੀ ਜ਼ਿਆਦਾ ਹੈ ਤੇ ਜੇਕਰ ਅਜਿਹਾ ਹੀ ਰਹਿੰਦਾ ਹੈ ਤੇ ਸਾਲਾਨਾ 43,000 ਨਵੇਂ ਘਰ ਬਣਾਉਣ ਦੀ ਜ਼ਰੂਰਤ ਪਵੇਗੀ। ਹੁਣ ਵਧਦੇ ਪ੍ਰਵਾਸ ਨੂੰ ਧਿਆਨ ਵਿੱਚ ਰੱਖਦਿਆਂ 43,000 ਨਵੇਂ ਘਰਾਂ ਦੀ ਜ਼ਰੂਰਤ ਹੈ। ਇਹ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸਾਹਮਣੇ ਆਈ ਹੈ, ਜਿੱਥੇ ਵਧਦੇ ਪ੍ਰਵਾਸ ਦੇ ਮੱਦੇਨਜ਼ਰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਅਗਲੇ 5 ਸਾਲਾਂ ਦੌਰਾਨ ਸਾਲਾਨਾ 43,000 ਨਵੇਂ ਘਰ ਬਣਾਉਣ ਦੀ ਲੋੜ ਹੈ। ਬ੍ਰਿਟਿਸ਼ ਕੋਲੰਬੀਆ ਰੀਅਲ ਐਸਟੇਟ ਐਸੋਸੀਏਸ਼ਨ ਨੇ ਇਸ ਬਾਰੇ ਇੱਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਸੂਬੇ ਅੰਦਰ ਲਗਾਤਾਰ ਵਧ ਰਹੇ ਪ੍ਰਵਾਸ ਦੇ ਹਾਊਸਿੰਗ ਮਾਰਕੀਟ ਤੇ ਪੈਣ ਵਾਲੇ ਪ੍ਰਭਾਵ ਨੂੰ ਸੰਤੁਲਿਤ ਕਰਨ ਵਾਸਤੇ ਨਵੇਂ ਘਰਾਂ ਦੀ ਉਸਾਰੀ ਵਿੱਚ ਖਾਸੀ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਪ੍ਰੋਵਿੰਸ ਨੂੰ ਅਗਲੇ 5 ਸਾਲਾਂ ਲਈ ਆਮ ਨਾਲੋਂ 25% ਜ਼ਿਆਦਾ ਨਵੇਂ ਘਰ ਬਣਾਉਣੇ ਚਾਹੀਦੇ ਹਨ, ਤਾਂ ਜੋ ਘਟਦੇ ਕਿਫਾਇਤੀਪਣ ਨੂੰ ਦੂਰ ਕੀਤਾ ਜਾ ਸਕੇ। ਐਸੋਸੀਏਸ਼ਨ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੀ ਆਬਾਦੀ ਕਾਰਨ ਘਰਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਅਗਲੇ 5 ਸਾਲਾਂ ਵਿੱਚ ਹਰ ਸਾਲ 43,000 ਨਵੇਂ ਘਰਾਂ ਦੀ ਉਸਾਰੀ ਮੁਕੰਮਲ ਕਰਨ ਦੀ ਜ਼ਰੂਰਤ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਾਲਾਂਕਿ ਘਰਾਂ ਦੀ ਉਸਾਰੀ ਦੀ ਇਹ ਰਫ਼ਤਾਰ 2021 ਅਤੇ 2021 ਵਿੱਚ ਮੁਕੰਮਲ ਹੋਏ ਘਰਾਂ ਦੀ ਰਫ਼ਤਾਰ ਨੇੜੇ ਹੀ ਹੈ, ਪਰ ਉੱਚ ਵਿਆਜ ਦਰਾਂ ਤੇ ਮਾਰਕੀਟ ਦੀਆਂ ਕਮਜ਼ੋਰ ਸਥਿਤੀਆਂ ਕਾਰਨ ਇਸ ਦਰ ਤੇ ਘਰ ਦੀ ਉਸਾਰੀ ਅਜੇ ਘੱਟ ਸੰਭਾਵਨਾ ਨਜ਼ਰ ਆ ਰਹੀ ਹੈ। ਐਸੋਸੀਏਸ਼ਨ ਦੇ ਮੁੱਖ ਅਰਥ ਸ਼ਾਸਤਰੀ ਨੇ ਕਿਹਾ ਕਿ ਸਪਲਾਈ ਵਧਣ ਦੇ ਨਾਲ ਇਮੀਗ੍ਰੇਸ਼ਨ ਕਾਰਨ ਮੰਗ ਵਧਣ ਕਰਕੇ ਘਰਾਂ ਦੀਆਂ ਕੀਮਤਾਂ ਦੀ ਤੇਜ਼ੀ ਹੇਠਾਂ ਵੱਲ ਨੂੰ ਆਵੇਗੀ ਤੇ ਇਸ ਨਾਲ ਸਮੁੱਚੇ ਕਿਫਾਇਤੀਪਣ ਵਿੱਚ ਸੁਧਾਰ ਹੋਵੇਗਾ। ਦੱਸਦੀਏ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਾਲ 2023 ਤੋਂ ਸਾਲ 2025 ਦਰਮਿਆਨ 2,17,500 ਨਵੇਂ PR ਆਉਣ ਦੀ ਉਮੀਦ ਹੈ, ਜੋ ਕਿ ਔਸਤ ਇਮੀਗ੍ਰੇਸ਼ਨ ਪੱਧਰ ਨਾਲੋਂ ਦੁੱਗਣਾ ਅੰਕੜਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੀਆਂ ਦੋ ਨੀਤੀਆਂ ਵਿਦੇਸ਼ੀਆਂ ਤੇ ਘਰ ਖਰੀਦਣ ਦੀ ਪਾਬੰਦੀ ਅਤੇ ਰਿਕਾਰਡ ਇਮੀਗ੍ਰੇਸ਼ਨ ਟਾਰਗੇਟ ਬ੍ਰਿਟਿਸ਼ ਕੋਲੰਬੀਆ ਵਿੱਚ ਹਾਊਸਿੰਗ ਦੀ ਮੰਗ ਨੂੰ ਆਕਾਰ ਦੇਣ ਵਿੱਚ ਅਹਿਮ ਕਾਰਕ ਹੋਣਗੇ। ਐਸੋਸੀਏਸ਼ਨ ਨੇ ਕਿਹਾ ਕਿ ਬਿੱਲ C-19 ਜਿਸ ਅਧੀਨ ਸਰਕਾਰ ਨੇ 2 ਸਾਲਾਂ ਵਾਸਤੇ ਗੈਰ ਕੈਨੇਡੀਅਨਸ ਤੇ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਤੇ ਪਾਬੰਦੀ ਲਗਾਈ ਹੈ, ਨਾਲ ਹਾਊਸਿੰਗ ਦੀ ਕੁਝ ਕੁ ਮੰਗ ਤਾਂ ਘਟੇਗੀ, ਪਰ ਇਹ ਨਵੇਂ ਇਮੀਗ੍ਰੈਂਟਸ ਵੱਲੋਂ ਹੋਣ ਵਾਲੀ ਸੰਭਾਵੀ ਮੰਗ ਦੇ ਮੇਚ ਦੀ ਨਹੀਂ ਹੋਵੇਗੀ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਗੱਲ ਦਾ ਪ੍ਰਮਾਣ ਬਹੁਤ ਹੀ ਕਮਜ਼ੋਰ ਹੈ ਕਿ ਪਾਬੰਦੀ ਘਰਾਂ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਦਾ ਆਪਣਾ ਟੀਚਾ ਪੂਰਾ ਕਰੇਗੀ। ਵਿਸ਼ਵ ਬੈਂਕ ਦੇ ਪ੍ਰਧਾਨ ਭਾਰਤੀ ਮੂਲ ਦੇ ਅਜੇ ਬੰਗਾ ਬਣ ਸਕਦੇ ਹਨ ਕਿਉਂਕਿ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਵੀ ਉਮੀਦਵਾਰ ਖੜਾ ਨਹੀਂ ਹੋਇਆ। ਰਾਸ਼ਟਰਪਤੀ ਬਾਈਡਨ ਵੱਲੋਂ ਉਹਨਾਂ ਨੂੰ ਸਪੋਰਟ ਦਿੱਤੀ ਗਈ ਤੇ ਬਾਅਦ ਦੇ ਵਿੱਚ ਭਾਰਤ ਦਾ ਸਮਰਥਨ ਵੀ ਉਹਨਾਂ ਨੂੰ ਮਿਲਦਾ ਹੋਇਆ ਦਿਖਾਈ ਦਿੱਤਾ ਹੈ। ਭਾਰਤੀ ਮੂਲ ਦੇ ਅਜੇ ਬੰਗਾ ਦਾ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨਾ ਹੁਣ ਤੈਅ ਹੋ ਗਿਆ ਹੈ। ਜੀ ਹਾਂ, ਨਾਮਜ਼ਦਗੀਆਂ ਖਤਮ ਹੋ ਗਈਆਂ ਨੇ। ਕਿਸੇ ਹੋਰ ਦੇਸ਼ ਨੇ ਜਨਤਕ ਤੌਰ ਤੇ ਵਿਕਲਪ ਉਮੀਦਵਾਰ ਦਾ ਪ੍ਰਸਤਾਵ ਨਹੀਂ ਦਿੱਤਾ, ਜਿਸ ਦਾ ਮਤਲਬ ਹੈ ਕਿ ਬੰਗਾ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਹੀਂ ਹੈ। ਭਾਰਤ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਅਜੇ ਬੰਗਾ ਦੀ ਉਮੀਦਵਾਰੀ ਦਾ ਸਮਰਥਨ ਕੀਤਾ। ਮਾਸਟਰਕਾਰਡ ਇਨਕਾਰਪੋਰੇਸ਼ਨ ਦੇ ਸਾਬਕਾ CEO ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਜੋ ਬਾਈਡਨ ਤੋਂ ਸਮਰਥਨ ਹਾਸਿਲ ਹੋਇਆ, ਜਦੋਂ ਮੌਜੂਦਾ ਚੇਅਰਮੈਨ ਡੇਵਿਡ ਨੇ ਲਗਭਗ 1 ਸਾਲ ਪਹਿਲਾਂ ਅਹੁਦਾ ਛੱਡਣ ਦੀ ਯੋਜਨਾ ਦਾ ਐਲਾਨ ਕੀਤਾ। ਇੱਕ ਨਿਊਜ਼ ਦੇ ਮੁਤਾਬਕ ਸਾਲ 2019 ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਲਪਾਸ ਨੂੰ ਨਾਮਜ਼ਦ ਕੀਤਾ ਸੀ। ਮਾਲਪਾ ਦੀ ਚੋਣ ਵੀ ਬਿਨਾਂ ਮੁਕਾਬਲੇ ਹੋਈ। ਇਸ ਅਹੁਦੇ ਵਾਸਤੇ ਹਮੇਸ਼ਾ ਅਮਰੀਕੀ ਉਮੀਦਵਾਰ ਨੂੰ ਹੀ ਚੁਣਿਆ ਗਿਆ। ਅਮਰੀਕਾ ਨੂੰ ਛੱਡ ਕੇ ਕਿਸੇ ਵੀ ਦੇਸ਼ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਵਿਸ਼ਵ ਬੈਂਕ ਦੇ ਨਿਯਮ ਮੈਂਬਰ ਦੇਸ਼ਾਂ ਨੂੰ ਇੱਕ ਸਮੇਂ ਦੀ ਮਿਆਦ ਦੌਰਾਨ ਨਾਮ ਦਰਜ ਕਰਵਾਉਣ ਦੀ ਇਜਾਜ਼ਤ ਦਿੰਦੇ ਹਨ। ਦੱਸ ਦਈਏ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਨਾਮਜ਼ਦ ਮਾਸਟਰਕਾਰਡ ਦੇ ਸਾਬਕਾ CEO ਅਜੇ ਬੰਗਾ ਦੇ ਸ਼ਿਮਲਾ ਨਾਲ ਸੰਬੰਧ ਹਨ। ਪੁਣੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 70 ਦੇ ਦਹਾਕੇ ਵਿੱਚ ਸ਼ਿਮਲਾ ਦੇ ਸਕੂਲ ਤੋਂ ਉਹਨਾਂ ਵੱਲੋਂ ਪੜ੍ਹਾਈ ਕੀਤੀ ਗਈ। ਉਹਨਾਂ ਦੇ ਪਿਤਾ ਫੌਜ ਵਿੱਚ ਇੱਕ ਅਫਸਰ ਸਨ। ਸਾਲ 2016 ਦੌਰਾਨ ਉਹਨਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਨੋਵਾ ਸਕੋਸ਼ੀਆ ਮਾਸ ਸ਼ੂਟਿੰਗ ਦੀ ਜੋ ਰਿਪੋਰਟ ਸਾਹਮਣੇ ਆਈ ਹੈ, ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਲ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਨੇ ਇਸ ਨੂੰ ਲੈ ਕੇ ਆਪਣਾ ਪੱਖ ਰੱਖਿਆ। ਕੀ ਕਿਹਾ ਹੈ ਪ੍ਰਧਾਨ ਮੰਤਰੀ ਵੱਲੋਂ, ਆਓ ਤੁਹਾਨੂੰ ਸੁਣਾਉਂਦੇ ਹਾਂ। ਮਾਸ ਸ਼ੂਟਿੰਗ ਦੀ ਰਿਪੋਰਟ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਨੋਵਾ ਸਕੋਸ਼ੀਆ ਮਾਸ ਸ਼ੂਟਿੰਗ ਦੇ ਨਾਲ ਸੰਬੰਧਿਤ ਰਿਪੋਰਟ ਦੇ ਵਿੱਚ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਲ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। It was important for me to be here today to support the families, to show that all Canadians continue to stand with the family members, the community, the people of Nova Scotia and elsewhere who've been so deeply affected over the 3 years almost since this horrific day. Obviously, I thank the commissioners for their comprehensive work, looking at all aspects of what happened and how we need to move forward. We will take the time now to properly digest and understand the recommendations and the conclusions and the opportunities that the Commission has put forward for us to take up. There's no question there need to be changes, and there will be, but we will take the time to get those right. ਫੈਡਰਲ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ, ਇਸ ਉੱਪਰ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਟਿੱਪਣੀ ਕੀਤੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਖਾਸ ਤੌਰ ਤੇ ਡੈਂਟਲ ਕੇਅਰ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ। ਇਸ ਬਜਟ ਦੇ ਬਾਰੇ ਜਗਮੀਤ ਸਿੰਘ ਦੇ ਕੀ ਵਿਚਾਰ ਹਨ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਫੈਡਰਲ ਸਰਕਾਰ ਦੇ ਬਜਟ ਨੂੰ ਲੈ ਕੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਇੱਕ ਵਾਰ ਫਿਰ ਤੋਂ ਆਪਣਾ ਪੱਖ ਰੱਖਿਆ ਤੇ ਉਹ ਇਸ ਬਜਟ ਨੂੰ ਲੈ ਕੇ ਕਾਫੀ ਗੱਲਾਂ ਦੀ ਸਾਂਝ ਪਾਉਂਦੇ ਹੋਏ ਦਿਖਾਈ ਦਿੱਤੇ। ਪੋਸਟ ਬਜਟ ਟੂਰ ਅਤੇ 에ਅਰ ਟਰੈਵਲ ਫੀਸ ਦੇ ਬਾਰੇ ਐਨਡੀਪੀ ਲੀਡਰ ਵੱਲੋਂ ਕੀ ਟਿੱਪਣੀ ਕੀਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। We absolutely need to deal with the backlogs and the delays. It's been really difficult for a lot of travelers, and we need to better protect travelers because they've gone through lots of challenges where people have seen flights cancelled and there's been no supports put in place, no way for them to go to a hotel or to have food, and there's been lots of serious problems when it comes to the delays and disruptions that Canadians have faced when it comes to air travel. It's positive to see investments to deal with the backlogs with more staffing. We know that's been a major concern, the lack of staff. I am concerned, though, on one hand, there's an investment, which is good, but then charging consumers more seems to be a little counterintuitive here. We've got people that are saying we're not being treated well, we're not receiving the best quality of care or best quality of service, and on top of that, we are seeing massive disruptions and delays that make our air travel not what we want it to be. And then on top of that, now they're being asked to pay more. I think that's problematic. We need to protect consumers, protect those that are traveling by air,
and make sure that they're respected and that there's good services in place. First, there's been ongoing work being done by our critic, Taylor Backrack. It's important. It's an important file in the transportation file, and it's something that a lot of people have raised concerns about, the fact that we've seen people stranded, we've seen people have their lives disrupted. When people take a vacation, that is a very precious thing. They don't have much time, and for that vacation or that time off with their family to be ruined with massive delays and disruptions is wrong, and there should be strong protections in place. So far, there's not. We've been pushing, and we'll continue to push. We have not received any concrete commitment that things are going to move ahead, but we're not going to give up. We're going to keep on fighting, and we remain optimistic that we can get something done here for air travelers. And in terms of the way we pay, we need to have an air travel network that works properly, that's properly funded. The federal government has a responsibility to ensure that at the federal side, everything that we need to put in place in terms of the security side should be properly. ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਵੱਡਾ ਐਲਾਨ ਕੀਤਾ ਗਿਆ, ਉਹਨਾਂ ਵੱਲੋਂ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਆਖਿਰਕਾਰ ਕਿਹੜੇ ਮੁੱਦਿਆਂ ਤੇ ਕਿਹੜੇ ਇਸ਼ੂਜ਼ ਦੇ ਉੱਪਰ ਓਨਟਾਰੀਓ ਦੇ ਪ੍ਰੀਮੀਅਰ ਗੱਲ ਕਰਦੇ ਹੋਏ ਦਿਖਾਈ ਦਿੱਤੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਕੁਝ ਖਾਸ ਵੱਡੇ ਐਲਾਨ ਕੀਤੇ ਗਏ ਜੋ ਕਿ ਮੈਡੀਕਲ ਸਕੂਲ ਸਪੋਰਟਸ ਐਕਸਪੈਂਸ਼ਨ ਅਤੇ ਮਿਊਨਿਸਪਲ ਬਜਟ ਦੇ ਨਾਲ ਜੁੜੇ ਹੋਏ ਸਨ। ਓਨਟਾਰੀਓ ਦੇ ਪ੍ਰੀਮੀਅਰ ਇਸ ਸਭ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। And thank you for all you do to train the next generation of doctors, nurses, and healthcare workers. My friends, when it comes to healthcare, we know that the status quo is no longer acceptable. Too many people are waiting too long for surgeries, having to travel too far to see a doctor, or spending too much time navigating our healthcare system. That's why, earlier this year, we introduced our government's Your Health Plan, a plan to connect people to more convenient care, all while using their OHIP card, never their credit card. This plan builds on our government's historic investments in new hospital beds, long-term care beds, and mental health and addiction services. It expands access to home care services, community paramedicine, and allows pharmacists to provide more care at no extra cost. Our goal is simple. Whether it's an emergency in the middle of the night or a problem that's been bothering you for years, no matter where you live, we want to connect you to more convenient care closer to home. But my friends, as we expand our healthcare system, we need more doctors, nurses, and healthcare staff, and we've made progress. Since 2018, over 60,000, I'm going to repeat that, over 60,000 new nurses and nearly 8,000 new doctors have registered to work in Ontario. In fact, last year was a record-breaking year for new nurses in Ontario, with over 12,000 new nurses registered and ready to work, and another 30,000 nurses studying at a college or university. But we know we need to do more, and we're doing more. Today, we're pleased to announce that as part of our budget 2023, we're investing $33 million to add an additional 100 undergraduate medical school seats and 154 postgraduate medical training seats. That prioritizes Ontario residents. ਹੁਣ ਟੈਕਸ ਭਰਨਾ ਸੌਖਾ ਹੋਵੇਗਾ, ਆਟੋਮੈਟਿਕ ਤਰੀਕੇ ਨਾਲ ਟੈਕਸ ਭਰਿਆ ਜਾਵੇਗਾ, ਜਿਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰੇ ਕੀ ਹੈ ਪੂਰੀ ਡਿਟੇਲ, ਕਿਵੇਂ ਟੈਕਸ ਆਟੋਮੈਟਿਕ ਤਰੀਕੇ ਨਾਲ ਭਰ ਹੋਵੇਗਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਹੁਣ ਟੈਕਸ ਭਰਨ ਵਾਲਿਆਂ ਨੂੰ ਬਹੁਤੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਟੈਕਸ ਭਰਨ ਦਾ ਆਟੋਮੈਟਿਕ ਸਿਸਟਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਟੈਕਸ ਭਰਨ ਦਾ ਆਟੋਮੈਟਿਕ ਸਿਸਟਮ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਹਫ਼ਤੇ ਦੇ ਫੈਡਰਲ ਬਜਟ ਦੇ ਵਿੱਚ ਇਸ ਗੱਲ ਨੂੰ ਲੈ ਕੇ ਜ਼ਿਕਰ ਕੀਤਾ ਗਿਆ, ਜਿੱਥੇ ਕਿਹਾ ਗਿਆ ਕਿ ਕੈਨੇਡਾ ਰੈਵਨਿਊ ਏਜੰਸੀ ਅਤੇ ਕਮਿਊਨਿਟੀ ਸੰਸਥਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੇਵਾ ਦਾ ਵਿਸਤਾਰ ਕਰਨ ਲਈ ਸਾਲ 2024 ਤੱਕ ਇੱਕ ਯੋਜਨਾ ਪੇਸ਼ ਕੀਤੀ ਜਾਵੇਗੀ। ਟੈਕਸ ਦਾ ਆਟੋਮੈਟਿਕ ਭੁਗਤਾਨ ਸਿਸਟਮ, ਜਿਸ ਦਾ ਪਹਿਲੀ ਵਾਰੀ 2020 ਵਿੱਚ ਥਰੋਨ ਸਪੀਚ ਵਿੱਚ ਵਾਅਦਾ ਕੀਤਾ ਗਿਆ, ਰਹਿਣ ਸਹਿਣ ਦੀ ਲਾਗਤ ਅੰਦਰ ਕੈਨੇਡੀਅਨਸ ਦੀ ਮਦਦ ਕਰਨ ਵਾਸਤੇ ਲਿਬਰਲ ਸਰਕਾਰ ਦੇ ਕਈ ਬਜਟ ਆਪਸ਼ਨਸ ਵਿੱਚੋਂ ਇੱਕ ਹੈ। ਮਾਹਰ ਅਤੇ ਵਕਾਲਤ ਕਰਨ ਵਾਲੇ ਕਈ ਲੋਕ ਆਟੋਮੈਟਿਕ ਟੈਕਸ ਭੁਗਤਾਨ ਦੀ ਹਮਾਇਤ ਕਰ ਚੁੱਕੇ ਨੇ। ਉਹਨਾਂ ਦਾ ਵੀ ਇਹੋ ਹੀ ਕਹਿਣਾ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ। ਕੈਨੇਡੀਅਨਸ ਵੱਲ ਜਦੋਂ ਤੱਕ ਪੈਸੇ ਨਹੀਂ ਹੁੰਦੇ, ਉਹਨਾਂ ਨੂੰ ਆਮ ਤੌਰ ਤੇ ਹਰ ਸਾਲ ਟੈਕਸ ਰਿਟਰਨ ਫਾਈਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਪਰ ਫੈਡਰਲ ਸਰਕਾਰ ਆਮਦਨ ਦੇ ਹਿਸਾਬ ਨਾਲ ਲੋਕਾਂ ਨੂੰ ਬੈਨੀਫਿਟ ਦੇਣ ਵਾਸਤੇ ਕੈਨੇਡਾ ਰੈਵਨਿਊ ਏਜੰਸੀ ਤੇ ਨਿਰਭਰਤਾ ਵਧਾ ਰਹੀ ਹੈ। ਇਸ ਵਿੱਚ ਕੈਨੇਡਾ ਚਾਈਲਡ ਬੈਨੀਫਿਟ, ਕੈਨੇਡਾ ਹਾਊਸਿੰਗ ਬੈਨੀਫਿਟ ਵਿੱਚ ਹਾਲ ਹੀ ਅੰਦਰ ਕੀਤਾ ਗਿਆ ਵਾਧਾ ਅਤੇ EST ਟੈਕਸ ਕ੍ਰੈਡਿਟ ਨੂੰ ਅਸਥਾਈ ਤੌਰ ਤੇ ਦੁੱਗਣਾ ਕਰਨਾ ਵੀ ਸ਼ਾਮਿਲ ਹੈ। ਕਾਰਲਟਨ ਯੂਨੀਵਰਸਿਟੀ ਦੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਸਾਲ 2020 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 10 ਤੋਂ 12% ਕੈਨੇਡੀਅਨਸ ਟੈਕਸ ਨਹੀਂ ਭਰਦੇ। ਹਾਲਾਂਕਿ ਟੈਕਸ ਨਾ ਭਰਨ ਵਾਲੇ ਲੋਕ ਤਕਰੀਬਨ ਸਾਰੇ ਆਮਦਨ ਸਮੂਹਾਂ ਵਿੱਚ ਹੀ ਮੌਜੂਦ ਨੇ, ਪਰ ਅੱਜ ਇਹ ਸਭ ਤੋਂ ਵੱਧ ਲੋਕ ਘੱਟ ਆਮਦਨ ਵਾਲੇ ਗਰੁੱਪਸ ਵਿੱਚੋਂ ਹਨ। ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਕਿ ਕੰਮ ਕਰਨ ਦੀ ਉਮਰ ਵਿੱਚ ਟੈਕਸ ਨਾ ਭਰਨ ਵਾਲੇ ਲੋਕਾਂ ਵੱਲੋਂ ਪ੍ਰਾਪਤ ਨਾ ਕੀਤੇ ਗਏ ਬੈਨੀਫਿਟਸ ਦਾ ਮੁੱਲ 2015 ਵਿੱਚ ਕਰੀਬ $1.7 ਬਿਲੀਅਨ ਸੀ। ਫੈਡਰਲ ਬਜਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੈਵਨਿਊ ਏਜੰਸੀ ਸਾਲ 2018 ਵਿੱਚ ਸਥਾਪਿਤ ਕੀਤੀ ਸੇਵਾ ਤੱਕ ਪਹੁੰਚ ਦਾ ਵਿਸਤਾਰ ਕਰੇਗੀ। ਨੋਵਾ ਸਕੋਸ਼ੀਆ ਵਿੱਚ ਜੋ ਇੱਕ ਮਾਸ ਸ਼ੂਟਿੰਗ ਦਾ ਮਾਮਲਾ ਸਾਹਮਣੇ ਆਇਆ, ਉਸ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੇ ਉੱਪਰ ਨੋਵਾ ਸਕੋਸ਼ੀਆ ਸੂਬੇ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਮਾਸ ਕੈਜੂਅਲਟੀ ਕਮਿਸ਼ਨ ਰਿਪੋਰਟ ਦੇ ਬਾਰੇ ਨੋਵਾ ਸਕੋਸ਼ੀਆ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਨੇ ਇਸ ਰਿਪੋਰਟ ਦਾ ਜ਼ਿਕਰ ਕੀਤਾ ਹੈ ਤੇ ਆਪਣਾ ਪੱਖ ਰੱਖਿਆ ਗਿਆ। ਦੱਸਦੀਏ ਕਿ ਸਾਲ 2020 ਦੌਰਾਨ ਜੋ ਇੱਕ ਟ੍ਰੈਜੇਡੀ ਸਾਹਮਣੇ ਆਈ ਸੀ, ਇਸ ਰਿਪੋਰਟ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਗਿਆ, ਜਿੱਥੇ ਨੋਵਾ ਸਕੋਸ਼ੀਆ ਵਿੱਚ ਮਾਸ ਸ਼ੂਟਿੰਗ ਨੇ ਕਈਆਂ ਦੀ ਜਾਨ ਲੈ ਲਈ। ਇਸ ਬਾਰੇ ਹੁਣ ਕੀ ਕਿਹਾ ਜਾ ਰਿਹਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Yeah, so we'll take, certainly we work with a number of groups and not-for-profits and listen to people, Nova Scotians, every single day. So, we want to address that. I know we have a few projects we're funding at the moment, I think, but I guess what I would say is there was a lot of talk from the commissioner today, which really caught my attention, and it was just about the needs around gender-based, but the needs around rural, supporting rural as well across the urban bias and things like that. So what I would say is we take this report and take it very seriously. We have a great respect for the findings of the report and what is possible to make our communities safer. We will be acting on for sure. We'll go through. There's a number of recommendations in the report, specifically around funding, specifically around cooperation with the federal government. I did have a chance, to speak to the federal ministers and also the Prime Minister, and assure them that we're Nova Scotia. We're committed to safer communities. We're committed to acting on the recommendations, and I believe they are as well. So all of these things, there's a financial cost to them. To every one of these implementations, but that financial cost, I mean, we only put that in perspective of the emotional cost, the cost of feeling safe in your communities, the value of that. So I think what I would say on behalf of the province is we're committed to working through the recommendations. We're committed to working through the federal government. We'll work on the funding arrangements, but the funding arrangements will never outstrip the public safety element of it. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਜਲਦ ਸਾਹਮਣੇ ਆਉਣਗੇ ਅੰਮ੍ਰਿਤਪਾਲ ਸਿੰਘ। ਅੱਜ ਪੂਰਾ ਦਿਨ ਅੰਮ੍ਰਿਤਪਾਲ ਸਿੰਘ ਦੀ ਕੀ ਰਹੀ ਅਪਡੇਟ। ਕੈਨੇਡਾ ਵਿੱਚ ਪੰਜਾਬੀ ਨੇ ਜਿੱਤੀ $1 ਲੱਖ ਦੀ ਲੋਟਰੀ। ਪੰਜਾਬੀ ਦੀ ਖੁੱਲੀ ਕਿਸਮਤ, ਸਾਂਝੀ ਕੀਤੀ ਖੁਸ਼ੀ। ਆਬਾਦੀ ਵਿੱਚ ਹੋਇਆ ਰਿਕਾਰਡ ਵਾਧਾ, ਛੱਡਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ। ਪਾਰਟੀ ਮੂੰਹ ਦੇ ਅਜੇ ਵੰਗਾ ਹੋਣਗੇ ਵਿਸ਼ਵ ਬੈਂਕ ਦੇ ਪ੍ਰਧਾਨ, ਕਿਸੇ ਹੋਰ ਉਮੀਦਵਾਰ ਨੇ ਨਹੀਂ ਦਿੱਤਾ ਨਾਮ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।